ਹੈਲੋ ਸਟੂਡੈਂਟਸ, ਵੈਲਕਮ ਯੂ ਆਲ ਔਨ CBC ਆਨਲਾਈਨ ਪਲੇਟਫਾਰਮ। ਸਟੂਡੈਂਟਸ, ਅੱਜ ਆਪਾਂ ਗੱਲ ਕਰਾਂਗੇ ਨੈਬ ਤਹਿਸੀਲਦਾਰ ਐਂਡ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੇ ਜੋ ਇੰਪੋਰਟੈਂਟ 20 ਕੁਐਸਚਨਸ ਨੇ ਉਹਨਾਂ ਬਾਰੇ। ਠੀਕ ਹੈ, ਜਿਸ ਵਿੱਚ ਇੰਡੀਅਨ ਪੋਲਿਟੀ ਐਂਡ ਇੰਡੀਅਨ ਹਿਸਟਰੀ ਦੇ ਰਿਲੇਟਡ ਕੁਐਸਚਨਸ ਹੋਣਗੇ। ਹਿਸਟਰੀ ਦੇ ਵਿੱਚ ਆਪਾਂ ਮਾਡਰਨ ਸਟਾਰਟ ਕੀਤੀ ਹੋਈ ਰਾਜੇ, ਮਾਡਰਨ ਆਪਾਂ ਕਰਵਾ ਰਹੇ ਹਾਂ। ਠੀਕ ਹੈ, ਅਤੇ ਅੱਜ ਆਪਣੀ ਕਲਾਸ ਨੰਬਰ 3 ਹੈ। ਠੀਕ ਹੈ, ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸ਼ੇਅਰ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਦਾ ਚੈਨਲ ਐਂਡ ਸ਼ੇਅਰ ਦਾ ਚੈਨਲ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਰਾਜੇ ਆਪਾਂ ਆਪਣੀ ਕਲਾਸ ਦਾ ਫਸਟ ਕੁਐਸਚਨ, ਜੋ ਕਿ ਰਿਲੇਟਡ ਹੈ ਇੰਡੀਅਨ ਹਿਸਟਰੀ ਦੇ ਨਾਲ। ਸਭ ਤੋਂ ਪਹਿਲਾ ਕੁਐਸਚਨ ਹੈ ਨਿਊਜ਼ਪੇਪਰ ਦੇ ਰਿਲੇਟਡ। ਤਾਂ ਜੋ ਐਨੀ ਬੇਸਨ ਦਾ ਫਸਟ ਨਿਊਜ਼ਪੇਪਰ ਕਿਹੜਾ ਸੀਗਾ, ਮੀਨਸ ਉਹਨਾਂ ਨੇ ਕਿਹੜਾ ਨਿਊਜ਼ਪੇਪਰ ਸ਼ੁਰੂ ਕੀਤਾ ਸੀ। ਤਾਂ ਨਿਊਜ਼ਪੇਪਰ ਬਾਰੇ ਥੋੜ੍ਹੀ ਦੀ ਜਾਣਕਾਰੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ। ਨਿਊਜ਼ਪੇਪਰ ਕਿਹੜੀ ਲੈਂਗੁਏਜ ਆਉਂਦਾ ਸੀਗਾ, ਨਿਊਜ਼ਪੇਪਰ ਦੀ ਟਾਈਪ ਕੀ ਸੀ, ਕਿਉਂਕਿ ਜਿਹੜੀ ਆ 20th ਸੈਂਚਰੀ ਦੇ ਵਿੱਚ ਜਿਹੜਾ ਮੰਨ ਕੇ ਚਲੋ 1900 ਜਾਂ 1880 85 ਨਿਊਜ਼ਪੇਪਰ ਆਉਂਦੇ ਸੀ, ਉਹਨਾਂ ਦੀ ਟਾਈਪ ਹੁੰਦੀ ਸੀ। ਕੋਈ ਵੀਕਲੀ ਆਉਂਦਾ ਸੀ, ਕੋਈ ਡੇਲੀ ਨਿਊਜ਼ ਦਾ ਆਉਂਦਾ ਸੀ ਨਾ। ਤਾਂ ਤੁਸੀਂ ਦੱਸਣਾ ਹੈ, ਇਹਦੇ ਦੱਸਣਾ ਐਨੀ ਫਸਟ ਨਿਊਜ਼ਪੇਪਰ ਕਿਹੜਾ ਸੀ। ਫਸਟ ਨਿਊਜ਼ਪੇਪਰ ਕਿਹੜਾ ਸੀ ਇਹਨਾਂ ਦਾ, ਮੀਨਸ ਇਹਨਾਂ ਦੁਆਰਾ ਜਾਰੀ ਕੀਤਾ ਗਿਆ ਨਿਊਜ਼ਪੇਪਰ ਕਿਹੜਾ ਸੀਗਾ, ਨਿਊ ਇੰਡੀਆ ਇਹਨਾਂ ਦਾ ਨਿਊਜ਼ਪੇਪਰ ਸੀ ਰਾਜੇ। ਠੀਕ ਹੈ, ਇਹ ਨਿਊਜ਼ਪੇਪਰ ਇਹਨਾਂ ਨੇ ਕਦੋਂ ਸਟਾਰਟ ਕੀਤਾ ਸੀ, 1 ਜੂਨ 1914 ਨੂੰ ਰਾਜੇ ਇਹਨਾਂ ਨੇ ਸਟਾਰਟ ਕੀਤਾ ਸੀਗਾ। ਠੀਕ ਹੈ, ਕਿਉਂ ਸਟਾਰਟ ਕੀਤਾ ਸੀ, ਮੇਨ ਮੋਟਿਵ ਕੀ ਸੀ ਇਸ ਨਿਊਜ਼ਪੇਪਰ ਦਾ, ਪ੍ਰੋ ਇੰਡੀਅਨ ਫਰੀਡਮ ਸਟਰਗਲ, ਵੀ ਇੰਡੀਆ ਨੂੰ ਸਟਰਗਲ, ਵੀ ਜਿਹੜੀ ਇਹਨਾਂ ਦੀ ਫਰੀਡਮ ਦੇ ਵਿੱਚ ਜੋ ਸਟਰਗਲ ਪੈ ਰਹੀ ਹੈਗੀ ਹੈ। ਠੀਕ ਹੈ, ਜੋ ਸਟਰਗਲ ਕਰ ਰਹੇ ਨੇ ਉਹਨਾਂ ਦੇ ਉੱਪਰ ਚਾਨਣਾ ਪਾਉਣਾ, ਉਹਨਾਂ ਦੇ ਰਿਲੇਟਡ ਗੱਲਾਂ ਛਾਪਣੀਆਂ, ਇਹ ਸਾਰਾ ਇਹਨਾਂ ਦੇ ਰਿਲੇਟਡ ਸੀ। ਠੀਕ ਹੈ, ਇਸ ਤੋਂ ਇਲਾਵਾ ਜੇ ਪੁੱਛ ਲੈਣ ਇਹਨਾਂ ਦੀ ਲੈਂਗੁਏਜ, ਇਸ ਨਿਊਜ਼ਪੇਪਰ ਦੀ ਲੈਂਗੁਏਜ ਕੀ ਸੀ, ਇੰਗਲਿਸ਼ ਲੈਂਗੁਏਜ ਸੀ ਰਾਜ। ਕੀ ਨਿਊਜ਼ਪੇਪਰ ਲੈਂਗੁਏਜ ਸੀ, ਇੰਗਲਿਸ਼ ਲੈਂਗੁਏਜ ਸੀਗੀ। ਦੂਸਰਾ ਜੇ ਇਹਨਾਂ ਦਾ ਹੈੱਡਕੁਆਟਰ ਪੁੱਛ ਲੈਣ, ਨਿਊਜ਼ਪੇਪਰ ਕਿੱਥੋਂ ਛਪਦਾ ਸੀ, ਹੈੱਡਕੁਆਟਰ ਕਿਹੜਾ ਸੀ, ਹੈੱਡਕੁਆਟਰ ਰਾਜ ਇਸ ਦਾ ਹੈਗਾ ਸੀ ਮਦਰਾਸ ਇਸ ਦਾ ਹੈੱਡਕੁਆਟਰ ਸੀ ਰਾਜੇ। ਠੀਕ ਹੈ, ਟਾਈਪ ਕਿਹੜੀ ਸੀ, ਇਹ ਟਾਈਪ ਹੈਗੀ ਸੀ ਡੇਲੀ ਨਿਊਜ਼ਪੇਪਰ। ਕਿਹੜੀ ਟਾਈਪ ਸੀ, ਡੇਲੀ ਨਿਊਜ਼ਪੇਪਰ। ਯਾਦ ਰੱਖਣਾ ਸਾਰਿਆਂ ਨੇ, ਡੇਲੀ ਨਿਊਜ਼ਪੇਪਰ ਟਾਈਪ ਸੀ। ਮੋਟਿਵ ਕੀ ਸੀ, ਪ੍ਰੋ ਇੰਡੀਅਨ ਫਰੀਡਮ ਸਟਰਗਲ ਸੀ। ਠੀਕ ਹੈ ਰਾਜੇ, ਲੈਂਗੁਏਜ ਕਿਹੜੀ ਸੀ, ਇੰਗਲਿਸ਼ ਲੈਂਗੁਏਜ ਸੀ। ਹੈੱਡਕੁਆਟਰ ਕਿੱਥੋਂ ਛਪਦਾ ਸੀਗਾ, ਮਦਰਾਸ ਤੋਂ ਛਪਦਾ ਸੀਗਾ। ਡੇਲੀ ਆਉਂਦਾ ਸੀ ਨਿਊਜ਼ਪੇਪਰ। 1 ਜੂਨ 1914 ਨੂੰ ਇਹਨਾਂ ਨੇ ਸਟਾਰਟ ਕੀਤਾ ਸੀ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬਾਰੇ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਿਸ ਨੇ ਫਾਊਂਡ ਕੀਤੀ, ਤਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੋ ਫਾਊਂਡ ਕੀਤੀ ਸੀ ਸ਼ਾਇਦ ਮੁਹੰਮਦ ਖਾਨ ਸਾਹਿਬ ਨੇ ਕੀਤੀ ਸੀ। ਠੀਕ ਹੈ, ਅਹਿਮਦ ਖਾਨ ਸਾਹਿਬ ਨੇ ਕੀਤੀ, ਸ਼ਾਇਦ ਅਹਿਮਦ ਖਾਨ ਨੇ ਕੀਤੀ ਸੀ। ਠੀਕ ਹੈ ਰਾਜੇ, ਤਾਂ ਇਹਨਾਂ ਨੇ ਪਹਿਲਾਂ ਇੱਕ ਕਾਲਜ ਐਸਟੈਬਲਿਸ਼ ਕੀਤਾ ਸੀ। ਉਹ ਕਾਲਜ ਨੂੰ ਯੂਨੀਵਰਸਿਟੀ ਬਣਾਇਆ ਗਿਆ ਸੀ। ਤਾਂ ਉਹ ਕਾਲਜ ਦਾ ਨਾਮ ਕੀ ਸੀ, ਨਾਮ ਨੋਟ ਕਰ ਲਓ, ਮੁਹੰਮਦਨ ਐਗਲੋ ਓਰੀਐਂਟਲ ਕਾਲਜ। ਇਹ 1885 75 'ਚ ਇਹਨਾਂ ਨੇ ਸਟਾਰਟ ਕੀਤਾ ਸੀ ਰਾਜੇ। ਇਸ ਕਾਲਜ ਨੂੰ ਇਹਨਾਂ ਨੇ 1920 ਦੇ ਵਿੱਚ ਯੂਨੀਵਰਸਿਟੀ ਬਣਾਇਆ ਸੀ। ਕਦੋਂ, 1920 ਦੇ ਵਿੱਚ ਇਹਨਾਂ ਨੇ ਯੂਨੀਵਰਸਿਟੀ ਬਣਾਤਾ ਸੀ। ਠੀਕ ਹੈ, ਤਾਂ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਯੂਨੀਵਰਸਿਟੀ ਇਸ ਟਾਈਮ ਦੀ, ਕਾਫੀ ਵਧੀਆ ਯੂਨੀਵਰਸਿਟੀ ਹੈ, ਜੋ ਕਿ 300 ਦੇ ਪਲੱਸ ਜੋ ਕੋਰਸ ਆਫਰ ਕਰਦੀ ਹੈ। 300 ਦੇ ਪਲੱਸ, ਇਹ ਇੱਕ ਜਾਣਕਾਰੀ ਹੈ ਤੁਹਾਡੇ ਵਾਸਤੇ, 300 ਦੇ ਪਲੱਸ ਕੋਰਸ ਆਫਰ ਕਰ ਰਹੀ ਹੈ ਇਸ ਟਾਈਮ। ਤਾਂ ਪਹਿਲਾਂ 1875 ਵਿੱਚ ਕਾਲਜ ਸੀਗਾ। ਠੀਕ ਹੈ, ਉਹ ਕਾਲਜ ਤੋਂ ਇਹਨਾਂ ਨੇ 1920 ਦੇ ਵਿੱਚ ਯੂਨੀਵਰਸਿਟੀ ਵਿੱਚ ਐਸਟੈਬਲਿਸ਼ ਕੀਤਾ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਮੀਨਸ ਇਹਨਾਂ ਨਾਲ ਤੁਸੀਂ ਮੇਲ ਮਿਲਾਉਣਾ ਹੈ। ਤਾਂ ਇਹ ਕੁਐਸਚਨ ਤੁਹਾਡਾ ਖੁਦ ਦਾ ਇੱਕ ਹੋਮਵਰਕ ਦੇ ਅਕੋਰਡਿੰਗ ਵੀ ਹੈ। ਇਹਨੂੰ ਮੈਂ ਹੋਮਵਰਕ ਦੇ ਅਕੋਰਡਿੰਗ ਦਾਂਗਾ। ਠੀਕ ਹੈ, ਇਹ ਤੁਹਾਡਾ ਹੋਮਵਰਕ ਹੀ ਹੈ। ਤਾਂ ਇਸ ਕੁਐਸਚਨ ਦਾ ਆਨਸਰ ਦੱਸ ਦੇਣਾ, ਖੁਦ ਤੁਸੀਂ ਚੰਗੀ ਤਰ੍ਹਾਂ ਸਰਚ ਕਰਨੀ ਹੈ। ਆਨਸਰ ਤੁਹਾਡੇ ਸਾਹਮਣੇ ਹੀ ਹੈਗਾ। ਠੀਕ ਹੈ, ਆਨਸਰ ਤੁਹਾਡੇ ਸਾਹਮਣੇ ਹੈਗਾ। ਬੀ ਇਸ ਦਾ ਆਨਸਰ ਹੈ, ਬੀ ਇਸ ਦਾ ਆਨਸਰ ਆ ਜੀ, ਬੀ ਆਨਸਰ ਇਸ ਦਾ। ਠੀਕ ਹੈ, ਬੀ ਕੀ ਲਾਉਣਾ ਸੀ, ਬੀ ਆਨਸਰ ਲਗਾਉਣਾ। ਠੀਕ ਹੈ, ਤਾਂ ਸਵਰਾਜ ਮੇਨਲੀ, ਸਵਰਾਜ ਇਜ਼ ਮਾਈ ਬਰਥ ਰਾਈਟ ਕਿੰਨੇ ਕਿਹਾ ਸੀਗਾ, ਬਾਲ ਗੰਗਾਧਰ ਤਿਲਕ ਨੇ ਕਿਹਾ ਸੀਗਾ। ਸਵਰਾਜ ਇਜ਼ ਮਾਈ ਬਰਥ ਰਾਈਟ ਕਿੰਨੇ ਕਿਹਾ ਸੀਗਾ, ਬਾਲ ਗੰਗਾਧਰ ਤਿਲਕ ਨੇ ਕਿਹਾ ਸੀ। ਐਵੇਂ ਤੁਸੀਂ ਇਸ ਦਾ ਜੋ ਮੇਲ ਮਿਲਾਉਣਾ ਹੈ, ਐਵੇਂ ਤੁਸੀਂ ਦੇਖਣਾ ਵੀ ਕਿਹੜਾ ਕਿੰਨੇ ਕਿਹਾ ਸੀ। ਇਹ ਤੁਹਾਡਾ ਹੋਮਵਰਕ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਲਓ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਕੀ ਰਾਜੇ, ਨੈਕਸਟ ਕੁਐਸਚਨ ਹੈਗਾ ਤਾਂ ਕਿਸ ਨੇ ਕਿਹਾ ਸੀ ਡਰੇਨ ਆਫ ਵੈਲਥ, ਮੀਨਸ ਭਾਰਤ ਦੀ ਜੋ ਇੱਕ ਦੌਲਤ ਦਾ ਨਿਕਾਸ ਹੋ ਰਿਹਾ। ਠੀਕ ਹੈ, ਆਰਥਿਕ ਮੰਦੀ ਵੱਲ ਵੱਧ ਰਿਹਾ ਭਾਰਤ, ਉਸ ਦਾ ਤਾਂ ਇੰਡੀਆ ਆਰਥਿਕ ਜਿਹੜੀ ਹੈਗੀ ਹੈ ਆਪਣੀ
ਮੰਦਹਾਲੀ ਵੱਲ ਵੱਧ ਰਿਹਾ ਤਾਂ ਕਿਸ ਨੇ ਕਿਹਾ ਸੀਗਾ? ਦਾਦਾ ਭਾਈ ਨੌਰੋਜੀ ਨੇ ਕਿਹਾ ਸੀ। ਕਿਹਨੇ ਕਿਹਾ ਸੀ? ਦਾਦਾ ਭਾਈ ਨੌਰੋਜੀ ਨੇ ਕਿਹਾ ਸੀ ਰਾਜੇ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਇਹਦਾ ਮੋਸਟ ਇੰਪੋਰਟੈਂਟ ਕੁਐਸਚਨ। ਅਗਰ ਚੌਥੇ ਕੁਐਸਚਨ ਦੀ ਗੱਲ ਕਰੋ ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਬਾਕੀ ਤੁਸੀਂ ਆਪਣੀ ਤਿਆਰੀ ਨੂੰ ਕੰਟੀਨਿਊ ਰੱਖੋ, ਇਹ ਨਾ ਸੋਚੋ ਵੀ ਇਲੈਕਸ਼ਨ ਹੋ ਰਿਹਾ ਹੈ, ਪੇਪਰ ਹੋਣਾ ਕਿ ਨਹੀਂ ਹੋਣਾ। ਬਟ ਜਦੋਂ ਪੇਪਰ ਹੋਣ ਲੱਗਣਗੇ, ਉਦੋਂ ਇੱਕਦਮ ਪੇਪਰ ਹੋਣ ਲੱਗਣਗੇ, ਤੁਹਾਨੂੰ ਸਭ ਨੂੰ ਪਤਾ ਹੈ ਵੀ ਇਸ ਟਾਈਮ ਕਿਸ ਪਾਰਟੀ ਦਾ ਮਾਹੌਲ ਜ਼ਿਆਦਾ ਹੈਗਾ ਇਲੈਕਸ਼ਨ ਦੇ ਵਿੱਚ ਜਿੱਤਣ ਦਾ, ਕਿਸ ਪਾਰਟੀ ਦਾ ਮਾਹੌਲ ਜ਼ਿਆਦਾ ਹੈਗਾ। ਅਗਰ ਦੇ ਸਾਰੀਆਂ ਪਾਰਟੀਆਂ ਇਸ ਵਾਰੀ ਇਸ 5 ਸਾਲ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਉੱਪਰ, ਹੈਲਥ ਦੇ ਉੱਪਰ ਬਹੁਤ ਕੰਮ ਕਰਨਗੀਆਂ, ਠੀਕ ਹੈ, ਤਾਂ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਕੇ ਜਾਣੀ ਹੈ, ਕਿਉਂਕਿ ਇਹ ਵਾਲੀ ਜੋ ਸਰਕਾਰ ਬਣੇਗੀ, ਭਾਵੇਂ ਕਿਸੇ ਵੀ ਪਾਰਟੀ ਦੀ ਬਣੇ, ਆਪਾਂ ਜੋ ਵੀ ਪਾਰਟੀ ਸਰਕਾਰ ਬਣਾਵੇਗੀ ਉਸ ਦਾ ਵੈਲਕਮ ਕਰਾਂਗੇ, ਠੀਕ ਹੈ। ਤਾਂ ਇਸ ਜੋ ਸਰਕਾਰ ਬਣ ਜਾ ਰਹੀ ਹੈ ਬਹੁਤ ਕੁਛ ਵਧੀਆ ਕਰੇਗੀ, ਤੁਸੀਂ ਦੇਖਿਆ ਦੇ, ਠੀਕ ਹੈ, ਕਿਉਂਕਿ ਕਾਂਗਰਸ ਕਿੱਥੋਂ ਮਾਰ ਖਾ ਰਹੀ ਹੈ ਐਜੂਕੇਸ਼ਨ ਦੇ ਪੱਧਰ ਤੋਂ, ਕਿਉਂਕਿ ਕਾਂਗਰਸ ਸਰਕਾਰ ਨੇ ਕਿੰਨੀਆਂ ਜ਼ਿਆਦੀਆਂ ਜੁਆਇਨਿੰਗ ਹੀ ਨਹੀਂ ਦਿੱਤੀਆਂ, ਤੁਹਾਨੂੰ ਸਭ ਨੂੰ ਪਤਾ, ਜੁਆਇਨਿੰਗ ਹੀ ਨਹੀਂ ਕਰਵਾਈਆਂ। ਪਟਵਾਰੀ ਜੁਆਇਨਿੰਗ ਵਿੱਚ ਛੱਡਤੀ, ਐਕਸਾਈਜ਼ ਦੇ ਵਿੱਚ ਛੱਡਤੀ। ਭਾਵੇਂ ਇਹ ਜੁਆਇਨਿੰਗ ਨਹੀਂ ਰੁਕਦੀਆਂ, ਇਲੈਕਸ਼ਨ ਤੋਂ ਬਾਅਦ ਹੋ ਜਾਣਗੀਆਂ, ਬਟ ਬੱਚਿਆਂ ਦਾ ਇੱਕ ਕੌਨਫੀਡੈਂਸ ਤਾਂ ਲੂਜ਼ ਹੋਇਆ, ਬੱਚਿਆਂ ਦੇ ਮਨ 'ਚ ਕਿਤੇ ਨਾ ਕਿਤੇ ਸ਼ੰਕਾ ਤਾਂ ਆ ਗਈ। ਤੁਹਾਨੂੰ ਸਭ ਨੂੰ ਪਤਾ ਤੁਹਾਡਾ ਆਂਢ ਗੁਆਂਢ ਰਿਸ਼ਤੇਦਾਰੀ ਹੀ ਜੀਣ ਨਹੀਂ ਦਿੰਦੇ, ਹੁਣ ਕਿਹੜੀ ਸਰਕਾਰ ਨੇ ਰੱਖਣਾ, ਹੁਣ ਕੀ ਕਰਨਾ, ਤੁਹਾਨੂੰ ਸਭ ਨੂੰ ਪਤਾ ਹੀ ਹੈ, ਠੀਕ ਹੈ। ਚਲੋ ਨੈਕਸਟ ਆਪਾਂ ਗੱਲ ਕਰੀਏ, 5ਵੇਂ ਕੁਐਸਚਨ ਦੀ ਗੱਲ ਕਰੀਏ ਤਾਂ 5ਵਾਂ ਕੁਐਸਚਨ ਕੀ ਰਾਜੇ? ਇਹਨਾਂ ਨੇ 5ਵਾਂ ਕੁਐਸਚਨ ਦੱਸਿਆ 1919 ਦੇ ਐਕਟ ਬਾਰੇ, ਠੀਕ ਹੈ। ਗੌਰਮੈਂਟ ਆਫ ਇੰਡੀਆ ਐਕਟ 1919 ਆਇਆ ਸੀਗਾ, ਤਾਂ ਕਿਹੜੀ ਸਟੇਟਮੈਂਟ ਇਹਦੇ 'ਚ ਕਰੈਕਟ ਨਹੀਂ ਹੈਗੀ? ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈਗੀ ਰਾਜੇ? ਸਭ ਤੋਂ ਪਹਿਲਾਂ ਕੀ ਸੀਗਾ ਵੀ ਇਹਨਾਂ ਨੇ 1919 ਦੇ ਐਕਟ ਦੇ ਅਕੋਰਡਿੰਗ ਕਿਹਾ ਸੀਗਾ ਭਾਰਤ ਜਿਹੜਾ ਹੈਗਾ ਉਹ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਰਹੇਗਾ, ਠੀਕ ਹੈ, ਹਿੱਸਾ ਰਹੇਗਾ ਇੰਡੀਆ, ਇਹ ਵੀ ਸਹੀ ਸੀਗਾ। ਉਸ ਤੋਂ ਇਲਾਵਾ ਰਿਸਪੋਂਸੀਬਲ ਗੌਰਮੈਂਟ ਲੈ ਕੇ ਆਉਣੀ ਸਟਾਰਟ ਕਰਤੀ ਸੀ ਇਹਨਾਂ ਨੇ, ਠੀਕ ਹੈ, ਵੀ ਸਹੀ ਹੈ, ਹਾਂਜੀ। ਨੈਕਸਟ ਕੀ ਕਿਹਾ ਸੀਗਾ? ਜਿਹੜੇ ਸਬਜੈਕਟ ਹੋਣਗੇ, ਸਬਜੈਕਟਾਂ ਨੂੰ 2 ਤਰੀਕੇ ਨਾਲ ਵੰਡਤਾ ਸੀ, ਇੱਕ ਰਿਜ਼ਰਵ 'ਚ ਵੰਡਤਾ ਸੀ, ਇੱਕ ਟਰਾਂਸਫਰ ਦੇ ਵਿੱਚ ਵੰਡਤਾ ਸੀ, ਤਬਾਦਲਾ ਸ਼੍ਰੇਣੀ 'ਚ ਵੰਡਤਾ ਸੀ, ਇੱਕ ਰਿਜ਼ਰਵ ਰਹਿਣ ਵਾਲੀ ਸ਼੍ਰੇਣੀ 'ਚ ਵੰਡਤਾ ਸੀਗਾ, ਇਹ ਵੀ ਬਿਲਕੁਲ ਸਹੀ ਹੈ, ਠੀਕ ਹੈ। ਉਸ ਤੋਂ ਇਲਾਵਾ ਜੋ ਸੈਕਟਰੀ ਆਫ ਸਟੇਟ ਦੀ ਜੋ ਤਨਖਾਹ ਜਾਂਦੀ ਸੀ, ਉਹ ਤਨਖਾਹ ਜਿਹੜੀ ਹੈਗੀ ਹੈ, ਉਹ ਤਨਖਾਹ ਬ੍ਰਿਟਿਸ਼ ਪਾਰਲੀਮੈਂਟ ਪੇ ਨਹੀਂ ਕਰਦਾ ਸੀ, ਕਿਉਂਕਿ ਇੰਡੀਆ ਪੇ ਕਰ ਬ੍ਰਿਟਿਸ਼ ਪਾਰਲੀਮੈਂਟ, ਕਿਉਂਕਿ ਇੰਡੀਆ ਦਾ ਪੈਸਾ ਬ੍ਰਿਟਿਸ਼ ਕੋਲ ਜਾ ਰਿਹਾ ਸੀ। ਉਹਨੂੰ ਸੈਲਰੀ ਤਾਂ ਪੇ ਕਰ ਹੀ ਰਿਹਾ ਸੀ, ਬਟ ਡੀ ਇਜ਼ ਦਾ ਰੋਂਗ, ਠੀਕ ਹੈ, ਤਾਂ ਡੀ ਰਾਜਾ ਰੋਂਗ। ਇਸ ਤੋਂ ਇਲਾਵਾ ਅਗਰ ਤੁਹਾਨੂੰ ਫਸਟ ਸੈਕਟਰੀ ਆਫ ਸਟੇਟ ਬਾਰੇ ਕੀ ਹੈ? ਸੈਕਟਰੀ ਆਫ ਸਟੇਟ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ। ਸੈਕਟਰੀ ਆਫ ਸਟੇਟ ਦਾ ਅੱਗੇ ਵੀ ਕੁਐਸਚਨ ਆਵੇਗਾ। ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਸੈਕਟਰੀ ਆਫ ਸਟੇਟ ਕਦੋਂ ਆਇਆ, ਠੀਕ ਹੈ। ਉਸ ਤੋਂ ਇਲਾਵਾ ਸੈਕਟਰੀ ਆਫ ਸਟੇਟ ਪਹਿਲਾਂ ਕਿਹੜਾ ਸੀਗਾ, ਠੀਕ ਹੈ। ਸੈਕਟਰੀ ਆਫ ਸਟੇਟ ਦਾ ਕੰਮ ਕੀ ਹੈ? ਜਿਵੇਂ ਲਾਰਡ ਸਟੈਨਲੇ ਜੋ ਸੀਗੇ ਉਹ ਫਸਟ ਸੈਕਟਰੀ ਆਫ ਸਟੇਟ ਸੀਗੇ, ਠੀਕ ਹੈ ਰਾਜੇ, ਕਿਉਂਕਿ ਈਸਟ ਇੰਡੀਆ ਕੰਪਨੀ ਦਾ ਬੰਗਾਲ ਦੇ ਵਿੱਚੋਂ ਸ਼ਾਸਨ ਐਂਡ ਹੋ ਗਿਆ ਸੀ, ਖਤਮ ਹੋ ਗਿਆ ਸੀ। ਜਿਹੜਾ ਸਿੱਧਾ ਰਾਜ ਸੀ, ਜਿਹੜਾ ਆਪਣਾ ਕਹਿ ਦਿਓ ਵੀ ਰੂਲ ਸੀਗਾ, ਉਹ ਡਾਇਰੈਕਟ ਪਾਵਰ ਬ੍ਰਿਟਿਸ਼ ਪਾਰਲੀਮੈਂਟ ਕੋਲ ਚਲੀ ਗਈ ਸੀ, ਜਿਹੜੀ ਕਿ ਸਿੱਧੇ ਉੱਥੋਂ ਡੀਲ ਕਰਦੇ ਸੀਗੇ, ਠੀਕ ਹੈ। ਫਿਰ ਉਹਨਾਂ ਭਾਰਤ ਦੇ ਜੋ ਇਹਨਾਂ ਮਾਮਲਿਆਂ ਲਈ ਇੱਕ ਪੋਸਟ ਦਾ ਕ੍ਰੀਏਸ਼ਨ ਕੀਤਾ, ਜਿਸ ਦਾ ਨਾਮ ਰੱਖਿਆ ਸੈਕਟਰੀ ਆਫ ਦਾ ਸਟੇਟ। ਅਤੇ ਸਭ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਕੌਣ ਸੀ? ਲਾਰਡ ਸਟੈਨਲੇ, ਠੀਕ ਹੈ। ਬਾਕੀ ਆਪਾਂ ਅੱਗੇ ਕਰਨੇ ਇਸ ਦੇ ਬਾਰੇ, ਠੀਕ ਹੈ ਰਾਜੇ। ਚਲੋ ਨੈਕਸਟ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ, 6ਵੇਂ ਕੁਐਸਚਨ ਦੇ ਬਾਰੇ, ਇਹ ਵੀ 1919 ਦੇ ਰਿਲੇਟਡ ਹੈ। ਤਾਂ ਟਰਾਂਸਫਰ ਲਿਸਟ ਹੈਗੀ, ਉਹਦੇ 'ਚ ਕਿਹੜਾ ਸਬਜੈਕਟ ਨਹੀਂ ਹੈਗਾ ਸੀਗਾ? ਵਿਚ ਇਜ਼ ਨੋਟ, ਕਿਉਂਕਿ ਐਜੂਕੇਸ਼ਨ ਹੈਗੀ ਸੀਗੀ, ਠੀਕ ਹੈ, ਐਜੂਕੇਸ਼ਨ ਹੈਗੀ ਸੀਗੀ। ਉਸ ਤੋਂ ਇਲਾਵਾ ਮਿਊਜ਼ੀਅਮ ਹੋ ਗਏ, ਮੈਡੀਕਲ ਰਿਲੀਫ, ਇਹ ਸਭ ਕੁਛ ਹੈਗਾ ਸੀ, ਪਰ ਲੈਂਡ ਰੈਵਨਿਊ ਨਹੀਂ ਹੈਗਾ ਸੀਗਾ। ਲੈਂਡ ਰੈਵਨਿਊ ਟਰਾਂਸਫਾਰਮ ਲਿਸਟ ਨਹੀਂ ਹੈਗਾ ਸੀ ਰਾਜੇ, ਇਹ ਗੱਲ ਧਿਆਨ ਰੱਖਣੀ, ਕਿਉਂਕਿ ਇਹਨਾਂ ਨੇ ਜ਼ਿਮੀਂਦਾਰੀ ਸਿਸਟਮ ਵਗੈਰਾ ਸਭ ਕੁਝ ਖਤਮ ਕਰ ਦਿੱਤਾ ਸੀਗਾ, ਠੀਕ ਹੈ, ਤਾਂ ਇਹ ਟਰਾਂਸਫਰ ਸਿਸਟਮ ਦੇ ਵਿੱਚ ਨਹੀਂ ਹੈਗਾ ਸੀਗਾ। ਨੈਕਸਟ ਆਪਾਂ ਗੱਲ ਕਰੀਏ ਡਾਰਚੀ ਸਿਸਟਮ ਬਾਰੇ, ਤੁਹਾਨੂੰ ਸਭ ਨੂੰ ਪਤਾ ਹੀ ਹੈ ਡਾਰਚੀ ਸਿਸਟਮ ਕੀ ਆਇਆ ਸੀਗਾ। ਇੱਕ ਡਿਊਲ ਗੌਰਮੈਂਟ ਦਾ ਸਿਸਟਮ ਆਇਆ ਸੀ, ਕੀ ਆਇਆ ਸੀਗਾ? ਡਿਊਲ ਗੌਰਮੈਂਟ ਦਾ ਸਿਸਟਮ ਆਇਆ ਸੀ ਰਾਜੇ, ਹੈ ਨਾ, ਡਿਊਲ ਗੌਰਮੈਂਟ ਸਿਸਟਮ ਆਇਆ ਸੀਗਾ। ਤਾਂ ਡਿਊਲ ਗੌਰਮੈਂਟ ਦਾ ਸਿਸਟਮ ਜੋ 1921 ਦੇ ਵਿੱਚ ਆਇਆ, ਹੈ ਨਾ, ਡਿਊਲ ਗੌਰਮੈਂਟ ਦਾ ਸਿਸਟਮ 21 'ਚ ਆਇਆ। ਉਸ ਟਾਈਮ ਕਹਿ ਦਿਓ ਵੀ ਇੱਕ ਗਵਰਨਰ ਜਨਰਲ ਕੌਣ ਸੀ ਦਾ? ਚੈਮਸਫੋਰਡ ਉਦੋਂ ਗਵਰਨਰ ਜਨਰਲ ਸੀ ਰਾਜੇ, ਠੀਕ ਹੈ। ਤਾਂ ਇਹ ਕਦੋਂ ਤੱਕ ਚੱਲਿਆ? ਇਹਨਾਂ ਪੁੱਛਿਆ ਮੇਨਲੀ ਕਦੋਂ ਤੱਕ ਇਹ ਜਿਹੜਾ ਹੈਗਾ ਹੈ ਇੰਟਰੋਡਿਊਸ ਹੋਇਆ। ਤਾਂ
ਫੋਰ ਸਟਿਲ ਮੀਨਸ ਕਦੋਂ ਤੱਕ ਇਹ ਸਿਸਟਮ ਚੱਲਿਆ 1937 ਤੱਕ ਇਹ ਸਿਸਟਮ ਚੱਲਿਆ ਸੀ ਰਾਜੇ ਡਿਊਲ ਗਵਰਨਮੈਂਟ ਸਿਸਟਮ 1937 ਤੱਕ ਚੱਲਿਆ ਸੀ ਠੀਕ ਹੈ ਚਲੋ ਬਾਅਦ ਵਿੱਚ ਕਿਉਂਕਿ 1935 ਵਾਲਾ ਐਕਟ ਲਾਗੂ ਹੋਣਾ ਸਟਾਰਟ ਹੋ ਗਿਆ ਸੀ ਬਾਅਦ ਵਿੱਚ ਕਿਤੇ ਨਾ ਕਿਤੇ ਠੰਡਾ ਪੈਣਾ ਸਟਾਰਟ ਹੋ ਗਿਆ ਸੀਗਾ ਨੈਕਸਟ ਆਪਾਂ ਗੱਲ ਕਰੀਏ ਹੋਮ ਰੂਲ ਮੂਵਮੈਂਟ ਦੀ ਹੋਮ ਰੂਲ ਮੂਵਮੈਂਟ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਹੋਮ ਰੂਲ ਮੂਵਮੈਂਟ ਮੇਨਲੀ ਇਹਨਾਂ ਦੀ ਕੀ ਡਿਮਾਂਡ ਸੀਗਾ ਸੈਲਫ ਗਵਰਨਮੈਂਟ ਮੀਨਸ ਇੱਕ ਸਾਡੀ ਸੈਲਫ ਗਵਰਨਮੈਂਟ ਹੋਵੇ ਠੀਕ ਹੈ ਮੇਨ ਡਿਮਾਂਡ ਇਹ ਸੀ ਮੇਨਲੀ ਹੋਮ ਰੂਲ ਮੂਵਮੈਂਟ ਸਟਾਰਟ ਕਿਹਨਾਂ ਨੇ ਕੀਤੀ ਸੀ ਦੋ ਬੰਦਿਆਂ ਨੇ ਸਟਾਰਟ ਕੀਤੀ ਸੀ ਐਨੀ ਬਿਸੈਂਟ ਐਂਡ ਬਾਲ ਗੰਗਾਧਰ ਤਿਲਕ ਐਨੀ ਬਿਸੈਂਟ ਐਂਡ ਬਾਲ ਗੰਗਾਧਰ ਤਿਲਕ ਨੇ 1916 ਤੋਂ ਲੈ ਕੇ ਤੇ 1918 ਤੱਕ ਹੋਮ ਰੂਲ ਮੂਵਮੈਂਟ 'ਤੇ ਕਾਫੀ ਵਧੀਆ ਕੰਮ ਕੀਤਾ ਠੀਕ ਹੈ ਤਾਂ ਹੋਮ ਰੂਲ ਮੂਵਮੈਂਟ ਮੇਨਲੀ ਕਿਸ ਟਾਈਮ ਦੇ ਅੰਡਰ ਇਹਨਾਂ ਨੇ ਇਸ ਨੂੰ ਬਣਾਇਆ ਕ੍ਰੀਏਟ ਕੀਤਾ ਤਾਂ ਫਸਟ ਵਰਲਡ ਵਾਰ ਜਦੋਂ ਹੋ ਰਿਹਾ ਸੀਗਾ ਉਦੋਂ ਇਹਨਾਂ ਨੇ ਇਸ ਦਾ ਕ੍ਰੀਏਸ਼ਨ ਕੀਤਾ ਸੀ ਠੀਕ ਹੈ ਚਲੋ ਇੱਕ ਦਾ ਇੰਡੀਅਨ ਹੋਮ ਰੂਲ ਮੂਵਮੈਂਟ ਇੱਕ ਦਾ ਹੋਮ ਮੂਵਮੈਂਟ ਦੇ ਕੰਮ ਇੱਕੋ ਹੀ ਸੀਗਾ ਕੰਮ ਕੀ ਸੀ ਸੈਲਫ ਗਵਰਨਮੈਂਟ ਦਾ ਠੀਕ ਹੈ ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਹੈਗਾ ਨੌਵੇਂ ਕੁਐਸਚਨ ਦੀ ਆਪਾਂ ਗੱਲ ਕਰੀਏ ਤਾਂ ਮੇਨਲੀ ਜੇ ਆਪਾਂ ਗੱਲ ਕਰੀਏ 9ਵੇਂ ਕੁਐਸਚਨ ਦੇ ਵਿੱਚ ਤਾਂ ਸੈਕਟਰੀ ਆਫ ਸਟੇਟ ਦੀਆਂ ਪਾਵਰਸ ਹੁਣ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਈਸਟ ਇੰਡੀਆ ਕੰਪਨੀ ਦਾ ਬੰਗਾਲ ਦੇ ਵਿੱਚੋਂ ਐਂਡ ਕਦੋਂ ਹੋਇਆ ਸੀ 1858 ਦੇ ਆਸ-ਪਾਸ ਉਹਨਾਂ ਦਾ ਐਂਡ ਹੋਣਾ ਸਟਾਰਟ ਹੋ ਗਿਆ ਸੀ ਉਹਨਾਂ ਨੇ ਐਂਡ ਕਰਤਾ ਸੀਗਾ ਡਾਇਰੈਕਟ ਰੂਲ ਕਿਹਨੇ ਸਟਾਰਟ ਕਰਤਾ ਸੀਗਾ ਬ੍ਰਿਟਿਸ਼ ਪਾਰਲੀਮੈਂਟ ਨੇ ਉਹਨਾਂ ਨੇ ਇੱਕ ਪੋਸਟ ਕ੍ਰੀਏਟ ਕੀਤੀ ਸੈਕਟਰੀ ਆਫ ਸਟੇਟ ਠੀਕ ਹੈ ਇੰਡੀਅਨ ਪੋਸਟ ਦਿੱਤੀ ਮੇਨਲੀ ਇਹ ਪੋਸਟ ਵਾਸਤੇ ਇੱਕ ਐਲੀਜੀਬਲ ਕੌਣ ਹੁੰਦਾ ਸੀ ਜੋ ਬ੍ਰਿਟਿਸ਼ ਕੈਬਨਿਟ ਮਿਨਿਸਟਰ ਸੀਗਾ ਬ੍ਰਿਟਿਸ਼ ਕੈਬਨਿਟ ਮੈਂਬਰ ਹੋ ਗਿਆ ਜੋ ਉੱਥੋਂ ਦਾ ਮਿਨਿਸਟਰ ਹੋ ਗਿਆ ਉਹ ਮੇਨਲੀ ਇਹਨਾਂ ਦਾ ਜਿਹੜਾ ਹੈਗਾ ਸੀਗਾ ਉਹ ਮੈਂਬਰ ਸੀ ਰਾਜੇ ਠੀਕ ਹੈ ਤਾਂ ਜੋ ਫਸਟ ਕੌਣ ਸੀਗਾ ਤੁਹਾਨੂੰ ਸਭ ਨੂੰ ਪਹਿਲਾਂ ਵੀ ਦੱਸਿਆ ਲਾਰਡ ਸਟੈਨਲੇ ਇਹਨਾਂ ਦਾ ਫਸਟ ਕੀ ਸੀਗਾ ਆਪਣਾ ਸੈਕਟਰੀ ਆਫ ਸਟੇਟ ਸੀ ਤਾਂ ਮੇਨਲੀ 1858 ਦੇ ਵਿੱਚ ਇਹਨਾਂ ਨੇ ਪਾਵਰਸ ਦਿੱਤੀਆਂ ਸੀ ਸੈਕਟਰੀ ਆਫ ਸਟੇਟ ਨੂੰ ਵੀ ਤੁਸੀਂ ਸਾਨੂੰ ਰਿਪੋਰਟ ਕਰੋ ਤੁਸੀਂ ਰਿਪੋਰਟ ਕਰਨਾ ਕਿ ਡਾਇਰੈਕਟ ਤੁਹਾਨੂੰ ਆਰਡਰ ਰਿਸੀਵ ਕਿਤੋਂ ਹੋਣਗੇ ਬ੍ਰਿਟਿਸ਼ ਪਾਰਲੀਮੈਂਟ ਤੋਂ ਆਰਡਰ ਰਿਸੀਵ ਹੋਣਗੇ ਨੈਕਸਟ ਆਪਾਂ ਗੱਲ ਕਰੀਏ ਤਾਂ ਨੈਕਸਟ ਇੱਕ ਕੱਟੜਪੰਥੀ ਆਗੂ ਤੁਹਾਨੂੰ ਪਤਾ ਹੈ ਈਓ ਹਿਊਮ ਨਹੀਂ ਸੀਗਾ ਬਾਕੀ ਤਾਂ ਇੰਡੀਅਨਸ ਹੈਗੇ ਸੀ ਕੱਟੜਪੰਥੀ ਆਗੂ ਬਟ ਈਓ ਹਿਊਮ ਇਜ਼ ਦਾ not member of ਜਿਹੜੇ ਆਪਣੇ ਕੱਟੜਪੰਥੀ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਨੈਕਸਟ ਆਪਣਾ MCQ ਬੈਚ ਤੁਸੀਂ ਐਪ ਤੋਂ ਜਾ ਕੇ ਬੈਚ ਲੈ ਸਕਦੇ ਹੋ ਕਾਫੀ ਇੰਪੋਰਟੈਂਟ ਬੈਚ ਹੈ ਅਤੇ ਵੈਕੈਂਸੀਜ਼ ਵੀ ਤੁਹਾਨੂੰ ਸਭ ਨੂੰ ਪਤਾ ਹੈ ਪੇਪਰ ਵੀ ਪੱਕਾ ਹੋਣਾ ਹੈ ਅਤੇ ਤੁਸੀਂ ਆਪਣੀ ਤਿਆਰੀ ਨੂੰ ਕੰਟੀਨਿਊ ਰੱਖੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਨੈਕਸਟ ਕੁਐਸਚਨ ਕੀ ਆਪਣੇ ਇੰਡੀਅਨ ਪੋਲਿਟੀ ਨਾਲ ਰਿਲੇਟਡ ਹੈਗਾ ਇੰਡੀਅਨ ਪੋਲਿਟੀ ਦਾ ਕੁਐਸਚਨ ਆ ਗਿਆ ਆਪਣੇ ਠੀਕ ਹੈ ਤਾਂ ਇੰਡੀਅਨ ਪੋਲਿਟੀ 'ਚ ਕੁਐਸਚਨ ਕੀ ਆਇਆ ਇਹ ਬਿੱਲ ਫॉर ਦਾ ਅਮੈਂਡਮੈਂਟ ਇਨ ਇੰਡੀਅਨ ਕਨਸਟੀਟਿਊਸ਼ਨ ਕੈਨ ਬੀ ਪ੍ਰੈਜ਼ੈਂਟ ਹੁਣ ਇੱਕ ਬਿੱਲ ਕੋਈ ਵੀ ਬਿੱਲ ਹੈਗਾ ਤਾਂ ਉਹ ਜਿਹੜਾ ਅਮੈਂਡਮੈਂਟ ਦਾ ਬਿੱਲ ਹੈਗਾ ਹੈ ਉਹ ਇੰਡੀਅਨ ਕਨਸਟੀਟਿਊਸ਼ਨ 'ਚ ਕੀ ਕਿਹਾ ਗਿਆ ਵੀ ਕਿੱਥੇ ਪ੍ਰੈਜ਼ੈਂਟ ਹੋਵੇਗਾ ਸਭ ਤੋਂ ਪਹਿਲਾਂ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਕੁਝ ਬੱਚੇ ਦੇ ਮਨ 'ਚ ਹੋਵੇਗਾ ਵੀ 10 ਕੁਐਸਚਨ ਸਰ ਪੋਲਿਟੀ ਦੇ ਲੈ ਆਉਂਦੇ ਨੇ 10 ਕੁਐਸਚਨ ਹਿਸਟਰੀ ਦੇ ਲੈ ਆਉਂਦੇ ਨੇ ਬਟ ਰਾਜੇ ਇਹ ਇੰਪੋਰਟੈਂਟ ਕੁਐਸਚਨ ਨੇ ਸਿਲੈਕਟਡ ਸਾਡੀ ਟੀਮ ਦੇ ਵੱਲੋਂ ਸਿਲੈਕਟਡ ਕੁਐਸਚਨਸ ਨੇ ਜਿਹੜੇ ਕਿ PPSC ਦੁਆਰਾ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਜਾਂ ਅਗਰ ਤੁਸੀਂ ਸਬ ਇੰਸਪੈਕਟਰ ਦਾ ਪੇਪਰ ਹੁਣ ਅਜੇ ਨਹੀਂ ਹੋਇਆ ਤਾਂ ਜਦੋਂ ਪੇਪਰ ਹੋਵੇਗਾ ਉਦੋਂ ਵੀ ਇਹ ਕੁਐਸਚਨ ਦੀ ਕਾਫੀ ਅਹਿਮੀਅਤ ਹੋਵੇਗੀ ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਤਾਂ ਹੁਣ ਆਪਾਂ ਗੱਲ ਕਰੀਏ ਇਹ ਇੰਪੋਰਟੈਂਟ ਜੋ ਹੈਗੇ ਨੇ ਆਪਣਾ ਬਿੱਲ ਜੋ ਅਮੈਂਡਮੈਂਟ ਬਿੱਲ ਹੁੰਦਾ ਕਿੱਥੇ ਪੇਸ਼ ਹੁੰਦਾ ਤਾਂ ਦੋਨੋਂ ਸਦਨਾਂ 'ਚ ਭਾਵੇਂ ਇੱਧਰ ਲੋਕ ਸਭਾ 'ਚ ਪੇਸ਼ ਕਰ ਦਿਓ ਫਿਰ ਭਾਵੇਂ ਰਾਜ ਸਭਾ 'ਚ ਪੇਸ਼ ਕਰਕੇ ਪਾਸ ਕਰ ਦਿਓ ਕੋਈ ਮੇਜਰ ਇਸ਼ੂ ਨਹੀਂ ਹੈਗਾ ਇੱਧਰ ਲੋਕ ਸਭਾ ਐਂਡ ਰਾਜ ਸਭਾ ਨੈਕਸਟ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ 12ਵਾਂ ਕੁਐਸਚਨ ਕੀ ਹੈ ਜੀ 12ਵਾਂ ਕੁਐਸਚਨ ਇਹਨਾਂ ਨੇ ਕਿਹਾ ਹੈ ਜੋ ਵੀ ਅਮੈਂਡਮੈਂਟ ਕਰਨੀ ਹੈ ਹੈ ਨਾ ਕੋਈ ਵੀ ਕਿਸੇ ਆਪਣੇ ਸੰਵਿਧਾਨ 'ਚ ਅਮੈਂਡਮੈਂਟ ਕਰਨੀ ਤਾਂ ਮੇਨਲੀ ਉਹ ਅਮੈਂਡਮੈਂਟ ਵਾਲਾ ਆਰਟੀਕਲ ਕਿਹੜਾ ਕਿਸ ਆਰਟੀਕਲ 'ਚ ਕਿਹਾ ਗਿਆ ਹੈ ਵੀ ਤੁਸੀਂ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੋ ਪੂਰਾ ਪ੍ਰੋਸੀਜਰ ਪੂਰਾ ਉਹਨਾਂ ਨੇ ਉਹਨੂੰ ਸਰਲੇਖ ਦਿੱਤਾ ਹੋਇਆ ਵੀ ਪੂਰਾ ਉਹਨੂੰ ਡਿਸਕ੍ਰਾਈਬ ਕੀਤਾ ਹੋਇਆ ਵੀ ਐਵੇਂ ਤੁਸੀਂ ਅਮੈਂਡ ਕਰ ਸਕਦੇ ਹੋ ਤਾਂ ਇਹ ਅਮੈਂਡ ਕਦੋਂ ਕਿੱਥੇ ਕਰ ਸਕਦੇ ਹੋ 368 ਆਰਟੀਕਲ ਕਿੰਨਾ ਆਰਟੀਕਲ 368 ਆਰਟੀਕਲ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਦਿੱਤੀ ਆਪਣੀ ਇੰਡੀਅਨ ਕਨਸਟੀਟਿਊਸ਼ਨ ਦੀ ਠੀਕ ਹੈ ਚਲੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈ ਤਾਂ ਵਿਚ ਵਨ ਆਫ ਦਾ ਫੋਲੋਇੰਗ ਬਿੱਲ ਮਸਟ ਬੀ ਪਾਸਡ ਬਾਈ ਈਚ ਹਾਊਸ ਆਫ ਦਾ ਇੰਡੀਅਨ ਪਾਰਲੀਮੈਂਟ ਸੈਪਰੇਟਲੀ ਬਾਈ ਸਪੈਸ਼ਲ ਮੈਜੋਰਟੀ ਹੁਣ ਕੋਈ ਵੀ ਸਪੈਸ਼ਲ ਮੈਜੋਰਟੀ ਨਾਲ ਪਾਸ ਹੋਣ ਵਾਲਾ ਬਿੱਲ ਉਹ ਕੀ ਹੋਵੇਗਾ ਉਹ ਕੋਈ ਅਹਿਮ ਬਿੱਲ ਹੋਵੇਗਾ ਮੀਨਸ ਆਪਾਂ ਸੰਵਿਧਾਨ ਦੇ ਵਿੱਚ ਕੋਈ ਸੋਧ ਕਰਨੀ ਹੈ ਕੋਈ ਅਮੈਂਡਮੈਂਟ ਕਰਨੀ ਹੈ ਤਾਂ ਕੰਸਟੀਟਿਊਸ਼ਨ ਅਮੈਂਡਮੈਂਟ ਬਿੱਲ ਮੇਨਲੀ ਕੀ ਹੋਵੇਗਾ ਉਹ ਸਪੈਸ਼ਲ ਮੈਜੋਰਟੀ ਨਾਲ ਦੋਨਾਂ ਦੁਆਰਾ ਅੱਡੋ ਅੱਡ ਪਾਸ ਕੀਤਾ ਜਾਵੇਗਾ ਠੀਕ ਹੈ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਹੈਗਾ ਮੰਨ ਕੇ ਚਲੋ ਕੋਈ ਵੀ ਬਿੱਲ ਅਮੈਂਡਮੈਂਟ ਵਾਸਤੇ ਇੱਕ ਸਦਨ ਨੇ ਪਾਸ ਕਰਤਾ ਤਾਂ ਦੂਜਾ ਸਦਨ ਪਾਸ ਨਹੀਂ ਕਰਦਾ ਤਾਂ ਬਿੱਲ ਡ੍ਰੌਪ ਹੋ ਜਾਵੇਗਾ ਇਸੇ ਕੁਐਸਚਨ ਦੇ ਵਿੱਚ ਇਹੀ ਉਹਨਾਂ ਕਿਹਾ ਗਿਆ ਹੈ ਵੀ ਅਗਰ ਅੱਪਰ ਹਾਊਸ ਰਿਜੈਕਟਡ ਕਰਦੇ ਅੱਪਰ ਹਾਊਸ ਮੀਨਸ ਤੇ ਗੱਲ ਕਰ ਰਹੇ ਨੇ ਰਾਜ ਸਭਾ ਦੀ ਜੇ ਰਾਜ ਸਭਾ ਇਹਨੂੰ
ਰਿਜੈਕਟ ਕਰਤੀ ਜੋ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਹੈ ਤਾਂ ਉਹ ਬਿੱਲ ਕੀ ਹੋਵੇਗਾ, ਉਹ ਬਿੱਲ ਡਰੋਪ ਹੋ ਜਾਵੇਗਾ ਰਾਜੇ, ਉਹ ਬਿੱਲ ਕੀ ਹੋ ਜਾਏਗਾ, ਡਰੋਪ ਹੋ ਜਾਏਗਾ, ਕਿਉਂਕਿ ਅਮੈਂਡਮੈਂਟ ਬਿੱਲ ਹੈਗਾ ਦੋਨਾਂ ਸਦਨਾਂ ਵਿੱਚ ਸਪੈਸ਼ਲ ਮੈਜੋਰਟੀ ਨਾਲ ਉਹ ਪਾਸ ਹੋਣਾ ਜ਼ਰੂਰੀ ਹੈ। ਠੀਕ ਹੈ, ਚਲੋ ਨੈਕਸਟ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈਗਾ ਵੀ ਫਸਟ ਅਮੈਂਡਮੈਂਟ ਬਿੱਲ ਫਸਟ ਅਮੈਂਡਮੈਂਟ ਕਦੋਂ ਹੋਈ ਸੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ? ਫਸਟ ਅਮੈਂਡਮੈਂਟ ਹੋਈ ਸੀ 1951 ਦੇ ਵਿੱਚ। 1951 'ਚ ਇਹਨਾਂ ਨੇ ਮੇਨਲੀ ਫੰਡਾਮੈਂਟਲ ਰਾਈਟ ਦੇ ਉੱਪਰ ਅਮੈਂਡਮੈਂਟ ਕੀਤੀਆਂ, ਠੀਕ ਹੈ, ਜਿਵੇਂ ਕਿ ਲੈਂਡ ਰਿਫੋਰਮ ਕੀਤੇ, ਠੀਕ ਹੈ ਰਾਜੇ, ਇਸ ਤੋਂ ਇਲਾਵਾ ਆਰਟੀਕਲ 15 ਵਗੈਰਾ ਇਹਨਾਂ ਨੇ ਅਮੈਂਡ ਕੀਤਾ। ਤਾਂ 1951 ਦੇ ਵਿੱਚ ਫਸਟ ਅਮੈਂਡਮੈਂਟ ਹੋਈ ਸੀ ਜੋ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਈ ਸੀ। ਠੀਕ ਹੈ, ਨੈਕਸਟ ਆਪਾਂ ਗੱਲ ਕਰੀਏ ਤਾਂ ਨੈਕਸਟ ਹੈਗਾ ਵੀ ਦਾ ਫਸਟ ਕੰਸਟੀਟਿਊਸ਼ਨ ਅਮੈਂਡਮੈਂਟ ਬਿੱਲ ਪਾਸਡ 1951 ਵਾਜ਼ ਰਿਲੇਟਡ ਟੂ। ਹੁਣ ਕਿਹਦੇ ਨਾਲ ਰਿਲੇਟਡ ਹੈਗੀ ਹੈ? ਹੁਣ ਕੀ ਤੁਹਾਨੂੰ ਮੈਂ ਦੱਸਿਆ ਕਿਹਦੇ ਨਾਲ ਰਿਲੇਟਡ ਹੈਗੀ ਹੈ? ਰਿਲੇਟਡ ਮੇਨਲੀ ਆਪਣੇ ਜਿਹੜੀ ਲੈਂਡ ਰਿਫੋਰਮਸ ਹੋ ਗਏ, ਠੀਕ ਹੈ, ਉਸ ਤੋਂ ਇਲਾਵਾ ਗੱਲ ਕਰੀਏ ਆਪਾਂ ਆਰਟੀਕਲ 15 ਦੇ ਰਿਲੇਟਡ ਸੀਗੇ ਚੀਜ਼ਾਂ, ਹੈ ਨਾ। ਹੁਣ ਇਹਦੇ ਵਿੱਚ ਤੁਸੀਂ ਗੱਲ ਕਰੋ, ਇਹਦੇ ਚਾਰੋਂ ਆਪਾਂ ਆਪਸ਼ਨਾਂ ਦੇਖੀਏ ਤਾਂ ਆਪਣੇ ਕੋਲ ਥਰਡ ਆਪਸ਼ਨ ਜਿਹੜੀ ਹੈਗੀ ਹੈ, ਆਪਣੇ ਕੋਲ ਆਪਸ਼ਨ ਹੈਗੀ ਹੈ ਜਿਹੜੀਆਂ ਕਲਟੀਵੇਸ਼ਨ, ਜਿਹੜੇ ਕੀ ਹੁੰਦਾ ਜੋ ਕਲਟੀਵੇਟਡ ਜ਼ਮੀਨ ਹੁੰਦੀ ਹੈ, ਕਲਟੀਵੇਟਡ ਆਪਣੇ ਕੋਲ ਜਿਹੜੀ ਜ਼ਮੀਨ ਹੁੰਦੀ ਹੈ ਉਹਦੇ 'ਚ ਆਪਣੇ ਕੋਲ ਜੁਡੀਸ਼ੀਅਲ ਰਿਵਿਊ ਮੀਨਸ ਕੋਈ ਵੀ ਆਪਣਾ ਨਿਆਂ ਜਿਹੜਾ ਹੈਗਾ ਉਹ ਜੁਡੀਸ਼ੀਅਲ ਰਿਵਿਊ ਤੋਂ ਲੈ ਸਕਦਾ, ਜੁਡੀਸ਼ੀਅਲ ਰਿਵਿਊ ਉਹਨੇ ਕਰ ਸਕਦਾ ਹੈਗਾ, ਠੀਕ ਹੈ, ਜੁਡੀਸ਼ੀਅਲ ਰਿਵਿਊ ਲੈ ਸਕਦਾ ਹੈਗਾ। ਇਹ ਰਿਫੋਰਮ ਲੈ ਕੇ ਆਉਂਦੀ ਮੀਨਸ ਸਿਕਿਉਰਿਟੀ ਪੈਦਾ ਕੀਤੀ, ਜੋ ਕਲਟੀਵੇਸ਼ਨ ਲੈਂਡਸ ਹੈਗੀਆਂ ਨੇ ਉਹਨਾਂ ਲਈ ਸਿਕਿਉਰਿਟੀ ਮਿਲੀ, ਉਹਨਾਂ ਲਈ ਇੱਕ ਸਿਕਿਉਰਿਟੀ ਮਿਲੀ ਵੀ ਤੁਸੀਂ ਆਪਣੀ ਖੇਤੀਬਾੜੀ ਨਿਸ਼ਚਿੰਤ ਹੋ ਕੇ ਕਰ ਸਕਦੇ ਹੋ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਤੁਹਾਡੇ ਜੋ ਪਹਿਲਾਂ ਜੁਡੀਸ਼ੀਅਲ ਰਿਵਿਊ ਨਹੀਂ ਸੀ, ਇਹਨਾਂ ਨੇ ਆਰਟੀਕਲ ਫਸਟ ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਜੁਡੀਸ਼ੀਅਲ ਰਿਵਿਊ ਲੈ ਕੇ ਆਂਦਾ, ਠੀਕ ਹੈ ਰਾਜੀ। ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ ਰਾਈਟ ਟੂ ਐਜੂਕੇਸ਼ਨ 86ਵੀਂ ਅਮੈਂਡਮੈਂਟ 'ਚ ਆਇਆ ਸੀ ਰਾਜੀ। ਹੁਣ 86ਵੀਂ ਅਮੈਂਡਮੈਂਟ ਕਦੋਂ ਹੋਈ? ਤੁਹਾਨੂੰ 86ਵੀਂ ਅਮੈਂਡਮੈਂਟ ਤਾਂ ਪਤਾ ਹੋਣਾ ਚਾਹੀਦਾ। 86ਵੀਂ ਅਮੈਂਡਮੈਂਟ ਕਦੋਂ ਹੋਈ? 86ਵੀਂ ਅਮੈਂਡਮੈਂਟ ਕਦੋਂ ਹੋਈ ਸੀ? 2002 'ਚ ਹੋਈ ਸੀ ਆਈ ਥਿੰਕ, ਹੈ ਨਾ। 2002 'ਚ 86ਵੀਂ ਅਮੈਂਡਮੈਂਟ। ਹੁਣ 86ਵੀਂ ਅਮੈਂਡਮੈਂਟ ਕਦੋਂ ਹੋ ਗਈ? 2002 'ਚ ਹੋ ਗਈ। ਹੁਣ ਭਲਿਓ ਮਾਨਸੋ ਮੇਰੇ ਵਰਗਿਓ ਤੁਸੀਂ ਆਨਸਰ ਲਗਾਓਗੇ 2002, ਬਟ ਇੱਥੇ 2002 ਆਨਸਰ ਨਹੀਂ ਹੈਗਾ। ਉਹਨਾਂ ਕੀ ਕਿਹਾ ਲਾਸਟ ਦੇ 3 ਵਰਡ ਯੋਰ ਤੇ ਕਮ ਇਨਟੂ ਫੋਰਸ ਮੀਨਸ ਕਦੋਂ ਉਹ ਲਾਗੂ ਹੋਇਆ, ਕਦੋਂ ਉਹ ਹੋਂਦ ਵਿੱਚ ਆਇਆ, ਕਦੋਂ ਉਹ ਐਪਲੀਕੇਬਲ ਹੋਇਆ, ਕਦੋਂ ਉਸ ਜੋ ਅਮੈਂਡਮੈਂਟ ਹੋਈ ਉਸ ਦੇ ਬੇਸ 'ਤੇ ਕੰਮ ਹੋਣ ਲੱਗੇ। ਕਦੋਂ ਕੰਮ ਹੋਣ ਲੱਗੇ ਸੀ ਇਹਨਾਂ ਦੇ ਰਾਜੇ? 1 ਅਪ੍ਰੈਲ ਕਦੋਂ ਕੰਮ ਹੋਣ ਲੱਗੇ ਸੀ? 1 ਅਪ੍ਰੈਲ 2010, 1 ਅਪ੍ਰੈਲ 2010 ਇਹਨਾਂ ਦੇ ਕੰਮ ਹੋਣ ਲੱਗੇ। ਮੀਨਸ ਆਰਟੀਕਲ ਨੰਬਰ 21A ਇਹਨਾਂ ਨੇ ਅਮੈਂਡ ਕੀਤਾ ਸੀ, ਜਿਹਦੇ ਵਿੱਚ ਕੀ ਸੀਗਾ 6 ਤੋਂ 14 ਸਾਲ ਦੇ ਬੱਚਿਆਂ ਲਈ ਤੁਸੀਂ ਫ੍ਰੀ ਐਜੂਕੇਸ਼ਨ ਦੇਣੀ ਹੈ ਨਾ, ਇਹ ਵਗੈਰਾ ਚੀਜ਼ਾਂ ਹੈਗੀਆਂ ਸੀਗੀਆਂ। ਤਾਂ 2010 ਦੇ ਵਿੱਚ ਕੰਮ ਇਨਟੂ ਫੋਰਸ ਆ ਗਿਆ। ਭਲਿਓ ਮਾਨਸੋ ਤੁਸੀਂ 2002 ਆਨਸਰ ਨਹੀਂ ਲਾਉਣਾ, ਇਟ ਇਜ਼ ਦਾ ਰੋਂਗ ਆਨਸਰ, ਠੀਕ ਹੈ। ਚਲੋ ਨੈਕਸਟ ਆਪਾਂ ਗੱਲ ਕਰੀਏ 18ਵੇਂ ਕੁਐਸਚਨ ਦੀ ਗੱਲ ਕਰੀਏ ਤਾਂ 18ਵਾਂ ਕੁਐਸਚਨ ਕੀ ਹੈ? 93rd ਕੰਸਟੀਟਿਊਸ਼ਨ ਅਮੈਂਡਮੈਂਟ। 93rd ਕੰਸਟੀਟਿਊਸ਼ਨ ਅਮੈਂਡਮੈਂਟ ਜਿਹੜੀ ਹੈਗੀ ਹੈ ਉਹ ਸਪੈਸ਼ਲੀ ਕਿਹਨੂੰ ਡੀਲ ਕਰਦੀ ਹੈ? ਕੰਸਟੀਟਿਊਸ਼ਨ ਅਮੈਂਡਮੈਂਟ ਕਿਹਨੂੰ ਡੀਲ ਕਰਦੀ ਹੈ? ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਫॉर ਆਲ ਚਿਲਡਰਨ ਬਿਟਵੀਨ ਏਜ 6 to 14। ਇਹਦੇ ਵਿੱਚ ਵੀ 6 to 14 ਏਜ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਇਹਨਾਂ ਨੇ ਦੇਣੀ ਸਟਾਰਟ ਕਰਤੀ ਹੈ ਨਾ। ਬਟ ਇਹ ਜਿਹੜੀ ਮੇਨਲੀ ਹੈਗੀ ਆਪਣੇ ਕੋਲ ਆਹ ਵਾਲੀ ਜਿਹੜੀ 93rd ਅਮੈਂਡਮੈਂਟ ਹੈਗੀ। 93rd ਅਮੈਂਡਮੈਂਟ ਕਦੋਂ ਹੋਈ ਸੀ? 93rd ਅਮੈਂਡਮੈਂਟ ਹੋਈ ਸੀ 2005 'ਚ। ਕਦੋਂ ਹੋਈ? 2005 'ਚ ਹੋਈ, ਠੀਕ ਹੈ। ਚਲੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ। ਨੈਕਸਟ ਕੁਐਸਚਨ ਹੈਗਾ ਆਪਣੇ ਕੋਲ ਕੋਆਪਰੇਟਿਵ ਸੁਸਾਇਟੀਜ਼ ਬਾਰੇ। ਕੋਆਪਰੇਟਿਵ ਸੁਸਾਇਟੀਜ਼ ਬਾਰੇ ਹੈਗਾ ਆਪਣੇ ਕੋਲ, ਹੈ ਨਾ। ਕੋਆਪਰੇਟਿਵ ਸੁਸਾਇਟੀ ਜਿਹੜੀ ਐਡ ਕੀਤੀਆਂ ਗਈਆਂ 19 ਸੀ ਮੀਨਸ 19 ਆਰਟੀਕਲ ਦੇ ਪਹਿਲੇ ਜੋ ਉਹਦਾ ਸਬ ਪਾਰਟ ਹੈ ਉਸ ਦੇ ਤੀਸਰੇ ਅੰਕ 'ਚ ਇਹਨਾਂ ਨੇ ਸ਼ਾਮਲ ਕੀਤੀਆਂ, ਠੀਕ ਹੈ। ਉਸ ਦੇ ਵਿੱਚ ਇਹਨਾਂ ਨੇ ਕੋਆਪਰੇਟਿਵ ਸੁਸਾਇਟੀ ਦੀ ਵਾਸਤੇ ਪ੍ਰੋਵੀਜ਼ਨ ਲੈ ਕੇ ਆਂਦੀ। ਤਾਂ ਉਹ ਕਿਹੜੇ ਸਾਲ 'ਚ ਅਮੈਂਡਮੈਂਟ ਹੋਈ ਸੀ ਰਾਜੀ? ਉਹ ਅਮੈਂਡਮੈਂਟ ਹੋਈ ਸੀ 2011 'ਚ ਮੀਨਸ 97ਵੀਂ ਅਮੈਂਡਮੈਂਟ 2011 ਕਦੋਂ ਹੋਈ ਸੀ? 97ਵੀਂ ਅਮੈਂਡਮੈਂਟ 2011 'ਚ ਹੋਈ ਸੀ ਰਾਜੇ। ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਆਪਣੀ ਪੇਪਰ ਚੰਗੀ ਤਰ੍ਹਾਂ ਇਸ ਨੂੰ ਕਰਨਾ ਹੈ। ਨੈਕਸਟ ਆਪਾਂ 20th ਐਂਡ ਲਾਸਟ ਕੁਐਸਚਨ ਦੀ ਗੱਲ ਕਰੀਏ ਤਾਂ ਲਾਸਟ ਕੁਐਸਚਨ ਕੀ ਹੈ? ਜੋ OBC ਨੂੰ 27% ਰਿਜ਼ਰਵੇਸ਼ਨ ਦਿੱਤੀ ਗਈ ਐਜੂਕੇਸ਼ਨਲ ਇੰਸਟੀਟਿਊਟ ਵਿੱਚ ਐਡਮਿਸ਼ਨ ਵਾਸਤੇ, ਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਸੋਧ ਹੋਈ ਸੀ? ਕਿਹੜੇ ਆਰਟੀਕਲ 'ਚ ਆਇਆ ਸੀ? ਕਿਹੜੇ ਆਰਟੀਕਲ 'ਚ ਆਇਆ ਸੀ? ਉਹ ਆਰਟੀਕਲ ਆਇਆ ਸੀਗਾ ਅਮੈਂਡਮੈਂਟ ਆਈ ਸੀਗੀ 93ਵੀਂ ਅਮੈਂਡਮੈਂਟ 2005 'ਚ ਹੋਈ ਸੀ, ਜਿਸ ਵਿੱਚ ਇਹਨਾਂ ਨੇ OBC ਜੋ ਸ਼੍ਰੇਣੀ ਹੈਗੀ ਹੈ OBC ਕੈਟਾਗਰੀ ਨੂੰ 27% ਇਹਨਾਂ ਨੇ ਰਿਜ਼ਰਵੇਸ਼ਨ ਦਿੱਤੀ। ਕਿਸ ਦੇ ਬੇਸ 'ਤੇ ਕਿਸ ਕੰਮ ਵਾਸਤੇ ਦਿੱਤੀ? ਤੁਸੀਂ ਐਜੂਕੇਸ਼ਨ ਇੰਸਟੀਟਿਊਟ ਦੇ ਵਿੱਚ ਆਪਣਾ ਪੜ੍ਹਾਈ ਕਰਨੀ ਹੈ, ਠੀਕ ਹੈ। 27% ਕੋਟਾ ਦਿੱਤਾ ਮੀਨਸ, ਠੀਕ ਹੈ। ਚਲੋ ਇਹ ਸੀ ਅੱਜ ਦੇ ਕੁਐਸਚਨ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ। ਬਾਕੀ ਸਾਡੀ ਐਪ 'ਤੇ ਸਾਰੇ ਕੋਰਸ ਅਵੇਲੇਬਲ, ਤੁਸੀਂ ਜਾ ਕੇ ਲੈ ਸਕਦੇ ਹੋ। ਅਗਰ ਕੋਈ ਵੀ ਤੁਸੀਂ ਐਪ 'ਤੇ ਕੋਰਸ ਕਰਨਾ ਤੁਸੀਂ ਬਾਕੀ ਤੁਸੀਂ ਇਹ ਨੰਬਰ ਹੈਗਾ, ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 78141 09600, ਠੀਕ ਹੈ। ਇਸ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਠੀਕ ਹੈ ਰਾਜੇ। ਚਲੋ ਥੈਂਕ ਯੂ ਰਾਜੇ, ਬੈਸਟ ਆਫ ਲੱਕ।